ਸ੍ਰਿਸ਼ਟੀ ਦੀ ਰਚਨਾ। ਸ੍ਰਿਸ਼ਟੀ ਦੀ ਰਚਨਾ ਨੂੰ ਲੈ ਕੇ ਖੋਜਕਾਰਾਂ ਤੇ ਵਿਗਿਆਨੀਆਂ ਨੇ ਸਮੇਂ-ਸਮੇਂ ਤੇ ਆਪਣੇ ਵੱਖੋ ਵੱਖਰੇ ਵਿਚਾਰ ਦਿੱਤੇ ਹਨ, ਜਿਸ ਵਿੱਚ ਇਨਸਾਨ ਦਾ ਬਾਂਦਰ ਤੋਂ ਵਿਕਸਿਤ ਹੋਣਾ ਤੇ ਕਰੋੜਾਂ ਸਾਲ ਪਹਿਲਾਂ ਆਕਾਸ਼ ਗੰਗਾ ਵਿੱਚ ਕਿਸੇ ਵੱਡੇ ਧਮਾਕੇ ਤੋਂ ਬਾਅਦ ਧਰਤੀ, ਸੂਰਜ, ਚੰਦਰਮਾ, ਦੂਜੇ ਗ੍ਰਹਿਆਂ, ਉਪਗ੍ਰਹਿਾਂ ਤੇ ਤਾਰਿਆਂ ਦਾ ਬਣਨਾ ਸ਼ਾਮਲ ਹੈ। ਉਹਨਾਂ ਦਾ ਹਰ ਇੱਕ ਵਿਚਾਰ ਵਿਗਿਆਨਕ ਯੰਤਰਾਂ, ਪ੍ਰਾਪਤ ਹੋਏ ਨਮੂਨਿਆਂ, ਵਿਗਿਆਨ ਦੁਆਰਾ ਵਿਕਸਿਤ ਤਕਨੀਕਾਂ ਦੀ ਮਦਦ ਨਾਲ ਸ੍ਰਿਸ਼ਟੀ ਵਿੱਚ ਆਉਣ ਵਾਲੇ ਬਦਲਾਅ ਦੀ ਗਣਨਾ ਤੇ ਆਧਾਰਿਤ ਹੈ। ਸ੍ਰਿਸ਼ਟੀ ਦੀ ਰਚਨਾ ਨੂੰ ਲੈ ਕੇ ਖੋਜਕਾਰਾਂ ਤੇ ਵਿਗਿਆਨੀਆਂ ਨੇ ਸਮੇਂ-ਸਮੇਂ ਤੇ ਆਪਣੇ ਵੱਖੋ ਵੱਖਰੇ ਵਿਚਾਰ ਦਿੱਤੇ ਹਨ, ਜਿਸ ਵਿੱਚ ਇਨਸਾਨ ਦਾ ਬਾਂਦਰ ਤੋਂ ਵਿਕਸਿਤ ਹੋਣਾ ਅਤੇ ਕਰੋੜਾਂ ਸਾਲ ਪਹਿਲਾਂ ਆਕਾਸ਼ ਗੰਗਾ ਵਿੱਚ ਕਿਸੇ ਵੱਡੇ ਧਮਾਕੇ ਤੋਂ ਬਾਅਦ ਧਰਤੀ, ਸੂਰਜ, ਚੰਦਰਮਾ, ਦੂਜੇ ਗ੍ਰਹਿਆਂ, ਉਪਗ੍ਰਹਿਆਂ ਅਤੇ ਤਾਰਿਆਂ ਦਾ ਬਣਨਾ ਸ਼ਾਮਲ ਹੈ। ਦੁਨੀਆ ਦਾ ਹਰ ਇੱਕ ਵਿਚਾਰ ਵਿਗਿਆਨਕ ਯੰਤਰਾਂ, ਪ੍ਰਾਪਤ ਹੋਏ ਨਮੂਨਿਆਂ, ਵਿਗਿਆਨ ਦੁਆਰਾ ਵਿਕਸਿਤ ਤਕਨੀਕਾਂ ਦੀ ਮਦਦ ਨਾਲ ਸ੍ਰਿਸ਼ਟੀ ਵਿੱਚ ਆਉਣ ਵਾਲੇ ਬਦਲਾਅ ਦੀ ਗਣਨਾ ਤੇ ਆਧਾਰਿਤ ਹੈ। ਸ੍ਰਿਸ਼ਟੀ ਦੀ ਰਚਨਾ ਨੂੰ ਲੈ ਕੇ ਇਹੋ ਜਿਹੇ ਅਨੇਕਾਂ ਹੀ ਸਵਾਲ ਹਨ, ਜਿਨ੍ਹਾਂ ਨੂੰ ਵਿਗਿਆਨਕ ਵਿਚਾਰਾਂ ਦੇ ਜ਼ਰੀਏ ਅਜੇ ਤੱਕ ਪਰਿਭਾਸ਼ਿਤ ਨਹੀਂ ਕੀਤਾ ਜਾ ਸਕਿਆ ਹੈ, ਪਰੰਤੂ ਪਰਮਾਤਮਾ ਦੀ ਹੋਂਦ ਨੂੰ ਮੰਨਣ ਵਾਲਿਆਂ ਦੇ ਵਿਚਾਰਾਂ ਵਿੱਚ ਉਹਨਾਂ ਦੇ ਜਵਾਬ ਮਿਲ ਜਾਂਦੇ ਹਨ। ਜਿਵੇਂ ਇੱਕ ਸੌਖਾ ਜਿਹਾ ਸਵਾਲ ਹੈ, ਮੁਰਗੀ ਜਾਂ ਆਂਡਾ ਵਿੱਚੋਂ ਕੌਣ ਪਹਿਲਾਂ ਆਇਆ? ਇਸ ਬਾਰੇ ਵਿਗਿਆਨੀਆਂ ਤੇ ਅਕਸਰ ਤੰਜ ਕਸੇ ਜਾਂਦੇ ਹਨ, ਪਰੰਤੂ ਧਰਮ ਸ਼ਾਸਤਰਾਂ ਅਨੁਸਾਰ ਪਰਮਾਤਮਾ ਨੇ ਸਭ ਤੋਂ ਪਹਿਲਾਂ ਖੁਦ ਨੂੰ ਪ੍ਰਕਾਸ਼ ਦੇ ਰੂਪ ਵਿੱਚ ਪ੍ਰਗਟ ਕੀਤਾ। ਉਸ ਪ੍ਰਕਾਸ਼ ਤੋਂ ਹੀ ਸ੍ਰਿਸ਼ਟੀ ਦੀ ਰਚਨਾ ਹੋਈ। ਸ੍ਰਿਸ਼ਟੀ ਨੂੰ ਮਰਜ਼ਾਦਾ ਪੂਰਵਕ ਚਲਾਉਣ ਵਾਲੀਆਂ ਤਿੰਨ ਮੁੱਖ ਤਾਕਤਾਂ ਬ੍ਰਹਮਾ ਰਚਨਕਾਰ, ਵਿਸ਼ਨੂੰ ਪਾਲਣ ਕਰਤਾ ਅਤੇ ਮਹੇਸ਼ ਵਿਨਾਸ਼ਕਾਰੀ ਦੀ ਸਿਰਜਣਾ ਵੀ ਪ੍ਰਕਾਸ਼ ਰੂਪੀ ਪਰਮਾਤਮਾ ਤੋਂ ਹੀ ਹੋਈ ਹੈ। ਬ੍ਰਹਮਾ ਦੁਆਰਾ ਸ੍ਰਿਸ਼ਟੀ ਦੀ ਰਚਨਾ ਕਰਨ ਕਰਕੇ ਹੀ ਇਸ ਨੂੰ ਬ੍ਰਹਿਮੰਡ ਵੀ ਕਿਹਾ ਜਾਂਦਾ ਹੈ। ਬ੍ਰਹਿਮੰਡ ਵਿੱਚ ਸੈਂਕੜੇ ਹੀ ਤ੍ਰਿਲੋਕੀਆਂ ਹਨ, ਜਿਸ ਵਿੱਚ ਸੈਂਕੜੇ ਸੂਰਜ, ਚੰਦਰਮਾ, ਗ੍ਰਹਿ, ਉਪਗ੍ਰਹਿ ਤੇ ਤਾਰੇ ਹਨ ਅਤੇ ਸੈਂਕੜੇ ਥਾਵਾਂ ਉੱਤੇ ਜੀਵਨ ਵੀ ਹੈ। ਇੱਕ ਤ੍ਰਿਲੋਕੀ ਵਿੱਚ 3 ਲੋਕ ਹਨ: ਸਥੂਲ, ਜੋ ਅੱਖਾਂ ਨਾਲ ਦਿਖਾਈ ਦੇਵੇ; ਸੂਖਮ, ਜੋ ਅੱਖਾਂ ਨਾਲ ਸਿੱਧਾ ਦਿਖਾਈ ਨਾ ਦੇਵੇ, ਜਿਵੇਂ ਬੈਕਟੀਰੀਆ ਜਾਂ ਵਾਇਰਸ ਆਦਿ; ਅਤੇ ਕਾਰਨ, ਜੋ ਬਹੁਤ ਜ਼ਿਆਦਾ ਸੂਖਮ, ਜਿਸ ਨੂੰ ਮੌਤ ਤੋਂ ਬਾਅਦ ਜਾਂ ਧਿਆਨ ਸਾਧਨਾ ਦੁਆਰਾ ਹੀ ਦੇਖਿਆ ਜਾ ਸਕਦਾ ਹੈ। ਤ੍ਰਿਲੋਕੀ ਦੇ ਪ੍ਰਬੰਧ ਨੂੰ ਚਲਾਉਣ ਲਈ ਪਰਮਾਤਮਾ ਦੇ ਹੁਕਮ ਵਿੱਚ ਕਰੋੜਾਂ ਤਾਕਤਾਂ ਮਰਿਆਦਾ ਪੂਰਵਕ ਆਪਣਾ ਆਪਣਾ ਕੰਮ ਕਰਦੀਆਂ ਹਨ, ਜਿਨ੍ਹਾਂ ਨੂੰ ਦੇਵੀ ਦੇਵਤੇ ਜਾਂ ਫਰਿਸ਼ਤੇ ਵੀ ਕਿਹਾ ਜਾਂਦਾ ਹੈ। ਬ੍ਰਹਿਮੰਡ ਦੀ ਹਰ ਇੱਕ ਤਾਕਤ, ਪ੍ਰਾਣੀ, ਜੀਵ, ਜੰਤੂ ਅਤੇ ਬਨਸਪਤੀ ਵਿੱਚ ਮੌਜੂਦ ਪਰਮਾਤਮਾ ਦੀ ਅੰਸ਼ ਨੂੰ ਆਤਮਾ ਜਾਂ ਰੂਹ ਕਿਹਾ ਜਾਂਦਾ ਹੈ। ਬ੍ਰਹਿਮੰਡ ਵਿੱਚ ਜੋ ਤਾਕਤ ਨਿਯਮ ਪੂਰਵਕ ਲਗਾਤਾਰ ਤਬਦੀਲੀ ਕਰਦੀ ਰਹਿੰਦੀ ਹੈ, ਬ੍ਰਹਿਮੰਡ ਵਿੱਚ ਜੋ ਨਿਯਮ ਪੂਰਵਕ ਲਗਾਤਾਰ ਤਬਦੀਲੀ ਕਰਦੀ ਰਹਿੰਦੀ ਹੈ, ਉਹ ਸਮਾਂ ਹੈ, ਜਿਸ ਨੂੰ ਕਾਲ ਜਾਂ ਕਾਲ ਭਗਵਾਨ ਵੀ ਕਿਹਾ ਜਾਂਦਾ ਹੈ।
त्रिलोकी ਦੀਆਂ ਸਾਰੀਆਂ ਤਾਕਤਾਂ त्रिलोकी ਦੀਆਂ ਸਾਰੀਆਂ ਤਾਕਤਾਂ ਜਿਵੇਂ ਦੇਵ ਮਹਾਦੇਵ ਆਦਿ ਕਾਲ ਦੇ ਅਧੀਨ ਹੀ ਕੰਮ ਕਰਦੇ ਹਨ। ਇਸ ਲਈ ਕਾਲ ਨੂੰ त्रिलोकीनाथ ਵੀ ਕਿਹਾ ਜਾਂਦਾ ਹੈ। ਧਰਮ ਸ਼ਾਸਤਰਾਂ ਅਨੁਸਾਰ ਕਾਲ ਨੇ ਲਗਭਗ 31 ਕਰੋੜ 72 ਚੌਂਕੜੀ ਯੁੱਗ, ਜਿਸ ਵਿੱਚ ਇੱਕ ਯੁੱਗ ਵਿੱਚ 43 ਲੱਖ 20 ਹਜ਼ਾਰ ਸਾਲ ਦੇ ਬਰਾਬਰ ਹੁੰਦਾ ਹੈ। ਸਾਲਾਂ ਤੱਕ ਪਰਮਾਤਮਾ ਦੀ ਭਗਤੀ ਕਰਕੇ ਉਸ ਨੂੰ ਖੁਸ਼ ਕੀਤਾ ਹੈ। ਕਾਲ ਨੇ ਆਪਣੀ ਇਹ ਤਾਕਤ 2 ਪੜਾਵਾਂ ਵਿੱਚ ਪੂਰੀ ਕੀਤੀ ਹੈ। ਕਾਲ ਨੇ ਆਪਣੀ ਇਹ ਭਗਤੀ 2 ਪੜਾਵਾਂ ਵਿੱਚ ਪੂਰੀ ਕੀਤੀ ਹੈ। ਉਸਨੇ ਆਪਣੇ ਪਹਿਲੇ ਪੜਾਅ ਦੀ ਭਗਤੀ ਪੂਰੀ ਕਰਨ ਤੋਂ ਬਾਅਦ ਪਰਮਾਤਮਾ ਤੋਂ ਆਪਣਾ ਦੇਸ਼ ਭਾਵੇਂ ਜਹਾਨ ਬਣਾਉਣ ਦਾ ਵਰਦਾਨ ਮੰਗਿਆ। ਇਸ ਵਰਦਾਨ ਦੇ ਫਲ ਸਰੂਪ ਹੀ ਕਾਲ ਨੇ ਆਪਣੇ ਇਸ ਦੇਸ਼ ਨੂੰ ਬਣਾਇਆ ਅਤੇ ਉਸ ਵਿੱਚ ਵੱਖ-ਵੱਖ ਤਰ੍ਹਾਂ ਦੇ ਬੁੱਤ ਸਰੀਰ ਬਣਾਏ। ਕਾਲ ਨੇ ਆਪਣੇ ਦੂਜੇ ਪੜਾਅ ਦੀ ਭਗਤੀ ਪੂਰੀ ਕਰਨ ਤੋਂ ਬਾਅਦ ਪਰਮਾਤਮਾ ਤੋਂ ਰੂਹਾਂ ਆਤਮਾਵਾਂ ਦੀ ਮੰਗ ਕੀਤੀ, ਜਿਸ ਦੇ ਫਲ ਸਰੂਪ ਪਰਮਾਤਮਾ ਦੇ ਨੂਰ ਦੀ ਕਿਰਨ ਭਾਵ ਰੂਹ ਜਿਵੇਂ ਹੀ ਉਹਨਾਂ ਬੁੱਤਾਂ ਨਾਲ ਟਕਰਾਈ ਤਾਂ ਉਹਨਾਂ ਵਿੱਚ ਜਾਨ ਆ ਗਈ। ਉਹਨਾਂ ਰੂਹਾਂ ਨਾਲ ਹੀ ਕਾਲ ਦੇ ਦੇਸ਼ ਵਿੱਚ ਰੌਣਕ ਆਈ, ਭਾਵ ਧਰਮ ਸ਼ਾਸਤਰਾਂ ਦੇ ਮੁਤਾਬਕ ਮੁਰਗੀ ਤੇ ਆਂਡੇ ਵਿੱਚੋਂ ਪਹਿਲਾਂ ਮੁਰਗੀ ਦਾ ਸਰੀਰ ਬਣਿਆ, ਫਿਰ ਉਸ ਵਿੱਚ ਜਾਨ ਆਈ ਅਤੇ ਬਾਅਦ ਵਿੱਚ ਉਸ ਤੋਂ ਆਂਡਾ ਬਣਿਆ। ਸ੍ਰਿਸ਼ਟੀ ਦੀ ਰੌਣਕ ਹਮੇਸ਼ਾ ਬਣੀ ਰਹੇ ਅਤੇ ਸਰੀਰ ਦੀ ਉਤਪਤਾ ਨੂੰ ਲੈ ਕੇ ਕੋਈ ਗੜਬੜੀ ਨਾ ਹੋਵੇ। ਇਸ ਲਈ ਕਾਲ ਨੇ ਪਰਮਾਤਮਾ ਤੋਂ 3 ਵਰਦਾਨ ਹੋਰ ਮੰਗੇ। ਨੰਬਰ 1, ਕਿਸੇ ਵੀ ਰੂਹ ਨੂੰ ਇਹ ਯਾਦ ਨਾ ਰਹੇ ਕਿ ਉਹ ਕਿੱਥੋਂ ਆਈ ਹੈ, ਉਸਨੇ ਕਿੱਥੇ ਜਾਣਾ ਹੈ ਅਤੇ ਸਰੀਰ ਛੱਡਣ ਤੋਂ ਬਾਅਦ ਉਸ ਨਾਲ ਕੀ ਹੋਵੇਗਾ। ਨੰਬਰ 2, ਜਿਸ ਸਰੀਰ ਵਿੱਚ ਆਤਮਾ ਹੋਵੇ ਉਹ ਉਸ ਨੂੰ ਹੀ ਉੱਤਮ ਸਮਝੇ ਅਤੇ ਉਸ ਵਿੱਚ ਹੀ ਮਸਤ ਰਹੇ। ਪਰਮਾਤਮਾ ਕਿਸੇ ਵੀ ਤਰ੍ਹਾਂ ਦੀ ਕੋਈ ਕਰਾਮਾਤ ਦਿਖਾ ਕੇ ਆਤਮਾ ਨੂੰ ਉਸ ਦੇ ਅਸਲੀ ਦੇਸ਼ ਭਾਵ ਪਰਮਾਤਮਾ ਦੇ ਦੇਸ਼ ਦੀ ਪਛਾਣ ਨਾ ਕਰਵਾਏ। ਪਵਿੱਤਰ ਗ੍ਰੰਥਾਂ ਵਿੱਚ ਸ੍ਰਿਸ਼ਟੀ ਦੀਆਂ 84 ਲੱਖ ਜੂਨੀਆਂ ਦਾ ਜ਼ਿਕਰ ਆਉਂਦਾ ਹੈ। ਆਤਮਾ ਇੱਕ ਜੂਨੀ ਨੂੰ ਛੱਡਦੀ ਹੈ ਤੇ ਦੂਸਰੀ ਵਿੱਚ ਚਲੀ ਜਾਂਦੀ ਹੈ। ਪਰਮਾਤਮਾ ਦੁਆਰਾ ਕਾਲ ਨੂੰ ਦਿੱਤੇ ਗਏ ਵਰਦਾਨ ਅਨੁਸਾਰ ਆਤਮਾ ਕਾਲ ਦੇ ਜਾਲ ਵਿੱਚ ਹੀ ਫਸ ਕੇ ਰਹਿ ਗਈ ਅਤੇ ਆਪਣੇ ਅਸਲੀ ਮਾਲਕ ਨੂੰ ਭੁੱਲ ਗਈ। ਪਰੰਤੂ ਪਰਮਾਤਮਾ ਨੇ ਆਪਣੀਆਂ ਰੂਹਾਂ ਕਾਲ ਦੇ ਦੇਸ਼ ਵਿੱਚੋਂ ਮੁੜ ਵਾਪਸ ਲਿਆਉਣ ਲਈ ਕਾਲ ਤੋਂ ਇਨਸਾਨ ਦਾ ਸਰੀਰ ਬਣਵਾਇਆ, ਜਿਸ ਤੋਂ ਬਾਅਦ ਹੀ ਇਨਸਾਨ ਹੋਂਦ ਵਿੱਚ ਆਇਆ। ਕਹਿਣ ਦਾ ਭਾਵ ਵਿਗਿਆਨੀਆਂ ਨੇ ਜੋ ਕਿਸੇ ਜਾਨਵਰ ਤੋਂ ਇਨਸਾਨ ਦੇ ਵਿਕਸਿਤ ਹੋਣ ਦੇ ਸਿਧਾਂਤ ਦਾ ਦਾਅਵਾ ਕੀਤਾ ਹੈ, ਉਹ ਧਰਮ ਗ੍ਰੰਥਾਂ ਦੇ ਵਿਚਾਰ ਅਨੁਸਾਰ ਬਿਲਕੁਲ ਗਲਤ ਹੈ ਜੀ।